ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਸ ਲਾਈਵ ਦੇ ਵਿੱਚ ਜਿਹੜੇ ਵੀ ਜੁੜਨਗੇ ਇੱਥੇ ਆਉਣ 'ਤੇ ਮੈਂ ਸਵਾਗਤ ਕਰਦਾ ਹਾਂ। ਅਤੇ ਆਪਾਂ ਕੁਝ ਕੁ ਮਿੰਟ ਗੱਲਬਾਤ ਕਰਾਂਗੇ, ਚੰਦ ਮਿੰਟ ਗੱਲਬਾਤ ਕਰਾਂਗੇ। ਲੜਾਈ ਤਾਂ ਬੜੀ ਗਹਿ ਗੱਚ ਚੱਲ ਰਹੀ ਹੈ। ਵੈਸੇ ਮੈਂ ਚਾਹੁੰਦਾ ਨਹੀਂ ਸੀਗਾ ਕਿ ਡਿਸਟਰਬ ਕੀਤਾ ਜਾਵੇ ਪੰਜਾਬੀਆਂ ਨੂੰ ਇਸ ਲੜਾਈ ਦੇ ਵਿੱਚ, ਕਿ ਜੋ ਲੜਾਈ ਚੱਲ ਰਹੀ ਹੈ ਮੌਜੂਦਾ ਸਮੇਂ ਦੇ ਵਿੱਚ, ਕਿ ਲੱਗੇ ਹੋਏ ਨੇ ਬੜੀ ਗਹਿ ਗੱਚ ਲੜਾਈ ਆ। ਇਹ ਗਹਿ ਗੱਚ ਲੜਾਈ ਜਿਹੜੀ ਆ ਕਾਹਨੂੰ ਡਿਸਟਰਬ ਕਰਨੀ ਆ ਭਾਈ, ਇਹਨਾਂ ਨੂੰ ਲੜ ਲੈਣ ਦਿਓ, ਲੜੀ ਜਾਣ ਦਿਓ। ਕਿਉਂਕਿ ਕੋਈ ਵੀ ਕਹੇਗਾ ਤਾਂ ਅਗਲਾ ਕਹਿੰਦਾ ਯਾਰ ਤੇਰਾ ਕੀ ਜਾਂਦਾ। ਖੈਰ ਗੱਲ ਇਹ ਆ ਕਿ ਜਿਹੜੀ ਆਪਾਂ ਗੱਲਬਾਤ ਕਰਾਂਗੇ ਇਹ ਇੱਕ ਮੁੱਦੇ 'ਤੇ ਆ, ਪਰ ਉਸ ਤੋਂ ਪਹਿਲਾਂ ਥੋੜ੍ਹੀ ਬਹੁਤੀ ਗੱਲ ਮੈਂ ਜਿਹੜੀ ਆ ਤੁਹਾਨੂੰ ਦੱਸ ਦੇਵਾਂ। ਜਿਹੜਾ ਚੱਲਦਾ ਪਿਆ ਨਾ ਸਾਰਾ, ਆਪਾਂ ਦੇਖੀਏ ਇਸ ਮੌਕੇ 'ਤੇ ਜੋ ਲੜਾਈ ਝਗੜਾ ਚੱਲ ਰਿਹਾ ਇਹ ਵੈਸੇ ਨਵਾਂ ਨਹੀਂ ਹੈਗਾ। ਪੰਜਾਬੀਆਂ ਨੇ ਹੁਣ ਲੜਾਈ ਵਿੱਢੀ ਆ ਭਗਤ ਸਿੰਘ ਵਾਲੇ ਮਸਲੇ 'ਤੇ। ਮੈਂ ਤੁਹਾਨੂੰ ਯਾਦ ਕਰਾ ਦਿੰਦਾ ਕਿ ਦਰਅਸਲ ਇਹ ਲੜਾਈ, ਇੱਕ ਮਿੰਟ ਦੇਣਾ ਜੀ ਮੈਂ ਇੱਧਰ ਸ਼ੇਅਰ ਕਰ ਲਵਾਂ। ਇਹ ਦਰਅਸਲ ਲੜਾਈ ਜੇ ਤੁਸੀਂ ਦੇਖੋਗੇ ਨਾ 8-10 ਸਾਲ ਪਹਿਲਾਂ ਵੀ ਬੜੀ ਮਗੀ ਸੀ, ਪਰ ਉਦੋਂ ਕੌਮੀ ਪੱਧਰ 'ਤੇ ਸੀ। ਐਤਕੀ ਹੁਣ ਆਪਣੇ ਪੰਜਾਬ ਦੇ ਵਿੱਚ ਇਹ ਲੜਾਈ ਬਹੁਤ ਜ਼ਿਆਦਾ ਮਗੀ ਹੋਈ ਆ। ਗੱਲ ਇਹ ਆ ਕਿ ਦੇਖੋ, ਕਿਉਂਕਿ ਮੈਂ ਆਪਣੀ ਗੱਲ ਕਰਾਂ ਨਿੱਜੀ ਤੌਰ 'ਤੇ, ਮੇਰੀ ਕੋਈ ਇੰਨੀ ਤੌਫੀਕ ਨਹੀਂ ਹੈਗੀ ਮੈਂ ਇਹੋ ਜਿਹੇ ਮੁੱਦੇ 'ਤੇ ਗੱਲ ਕਰਾਂ। ਔਰ ਮੈਂ ਆਲਵੇਜ਼, ਚਾਹੇ ਧਾਰਮਿਕ ਚਾਹੇ ਕੁਝ ਸਮਾਜਿਕ ਇਸ ਤਰ੍ਹਾਂ ਦੇ ਮੁੱਦੇ ਹੋਣ, ਉਹਦੇ ਤੋਂ ਬਚੀਦਾ ਕਿ ਜਿਹੜੇ ਪਹਿਲਾਂ ਹੀ ਪਾਟੇ ਪਏ ਨੇ ਇਹਨਾਂ ਨੂੰ ਅਸੀਂ ਨੇੜੇ ਨਹੀਂ ਲਿਆ ਸਕਦੇ ਤਾਂ ਘੱਟੋ ਘੱਟ ਹੋਰ ਦੂਰ ਨਾ ਕਰੀਏ। ਮੇਰਾ ਯਤਨ ਇਹ ਰਹਿੰਦਾ। ਪਰ ਮੈਂ ਇੱਕ ਜਾਣਕਾਰੀ ਵਾਸਤੇ ਤੁਹਾਨੂੰ ਗੱਲ ਦੱਸ ਦੇਵਾਂ ਕਿ ਪੰਜਾਬੀ ਹੁਣ ਇਸ ਲੜਾਈ 'ਚ ਉਲਝੇ ਆ। ਦਰਅਸਲ ਇਹ ਲੜਾਈ ਮੈਂ ਜਦੋਂ ਸੋਸ਼ਲ ਮੀਡੀਆ 'ਤੇ ਆਇਆ ਸੀਗਾ, ਮਤਲਬ ਕਿ 1-2 ਸਾਲ ਹੋਣੇ ਆ, ਉਦੋਂ ਵੀ ਬਹੁਤ ਵੱਡੇ ਪੱਧਰ 'ਤੇ ਹੋਈ ਸੀਗੀ। ਪਰ ਕੁਛ RTIs ਵੀ ਨੇ, ਕੁਛ ਸੰਸਦ ਦੀ ਕਾਰਵਾਈ ਆ, ਸਾਰੀ ਰਿਕਾਰਡ 'ਤੇ ਤੁਹਾਨੂੰ ਮਿਲ ਜਾਏਗੀ ਜੇ ਤੁਸੀਂ ਦੇਖਣਾ ਹੋਵੇ। ਮੈਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਗੱਲ ਕਰੂੰਗਾ, ਅਦਰਵਾਈਜ਼ ਇਸ ਗੱਲ ਨੂੰ ਆਪਾਂ ਇੱਥੇ ਛੱਡ ਦੇਵਾਂਗੇ। ਆਪਾਂ ਇਸ ਮੁੱਦੇ ਦੇ ਵਿੱਚ ਨਹੀਂ ਜਾਣਾ। ਦੇਖੋ, 1-2 ਮੇਰੀਆਂ ਬੇਨਤੀਆਂ ਨੇ। ਇੱਕ ਤਾਂ ਮੈਂ ਕਿਸੇ ਨੂੰ ਜੁਆਇਨ ਨਹੀਂ ਕਰ ਸਕਦਾ, ਅਤੇ ਪਲੀਜ਼ ਰਿਕੁਐਸਟ ਨਾ ਕਰਿਓ। ਦੂਸਰਾ ਕਿ ਬਹੁਤੀ ਦੇਰ ਨਹੀਂ ਲੱਗਣੀ, ਮੇਰੀਆਂ ਅੱਖਾਂ ਦੀ ਆਪਣੀ ਇੱਕ ਪ੍ਰੋਬਲਮ ਹੈ, ਅਤੇ ਕਮੈਂਟ ਵੀ ਮੇਰੇ ਤੋਂ ਪੜ੍ਹ ਨਹੀਂ ਹੋਣੇ ਕਿਉਂਕਿ ਉਹ ਅੱਖਰ ਛੋਟੇ ਹੋ ਜਾਂਦੇ, ਮੈਂ ਥੋੜ੍ਹਾ ਦੂਰ ਹਾਂ। ਸੋ ਇਸ ਕਰਕੇ ਇਹ 2-3 ਮੇਰੀਆਂ ਬੇਨਤੀਆਂ ਨੇ। ਬਸ ਮੈਂ ਆਪਣੀ ਗੱਲ ਕਰਨੀ ਹੈ, ਫਿਰ ਉਸ ਤੋਂ ਬਾਅਦ ਮੈਂ ਚਲੇ ਜਾਣਾ। ਤੁਸੀਂ ਕੋਈ ਗੱਲ ਕਰਨੀ ਹੋਵੇ, ਆਪਣੇ ਕਮੈਂਟ ਜਿਹੜੇ ਹੁੰਦੇ ਆ ਤੁਹਾਨੂੰ ਪਤਾ ਖੁੱਲ੍ਹੇ ਆ। ਜਦੋਂ ਤੱਕ ਕੋਈ ਬੰਦਾ ਬਦਤਮੀਜ਼ੀ ਨਹੀਂ ਕਰਦਾ, ਕੋਈ ਆਪਹੁਦਰੀ ਨਹੀਂ ਕਰਦਾ, ਆਪਾਂ ਉਦੋਂ ਤੱਕ ਕਿਸੇ ਵੀ ਬੰਦੇ ਦਾ ਨਾ ਕਮੈਂਟ ਰਿਮੂਵ ਕਰੀਏ ਅਤੇ ਨਾ ਹੈ ਨਾ, ਮਤਲਬ ਕਿ ਬਲੌਕ ਵਗੈਰਾ ਕਰੀਏ। ਉਹ ਉਦੋਂ ਹੈ ਜਦੋਂ ਕੋਈ ਬੰਦਾ ਹੱਦ ਟੱਪਦਾ ਹੈ। ਖੈਰ ਤੁਸੀਂ ਆਪਣੀ ਗੱਲਬਾਤ ਰੱਖ ਦੇਣਾ। ਤਾਂ ਉਸ ਵੇਲੇ ਕੀ ਹੋਇਆ ਸੀਗਾ ਕਿ ਭਗਤ ਸਿੰਘ ਦੇ ਮਾਮਲੇ 'ਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਪਹਿਲੀ ਗੱਲ, ਮੇਰੀ ਰਾਏ ਹਮੇਸ਼ਾ ਸਪਸ਼ਟ ਰਹਿੰਦੀ ਹੈ। ਮੈਂ ਆਪਣੇ ਆਪ ਦੇ ਵਿੱਚ ਇੱਕ ਰਾਏ ਬਣਾ ਰੱਖੀ ਹੈ ਕਿ ਮੇਰੇ ਹੀਰੋ, ਜਿਨ੍ਹਾਂ ਨੂੰ ਮੈਂ ਹੀਰੋ ਮੰਨਦਾ, ਮੇਰੇ ਆਈਡੀਅਲ ਨੇ ਜਿਹੜੇ, ਤਾਂ ਉਹ ਮਤਲਬ ਕਿ ਹਮੇਸ਼ਾ ਹੀਰੋ ਹੀ ਰਹਿਣਗੇ। ਉਹਨਾਂ ਨੂੰ ਕੋਈ ਛੁਟਿਆ ਨਹੀਂ ਸਕਦਾ। ਕੋਈ ਬੰਦਾ ਉਹ ਮੰਨੇ ਜਾਂ ਨਾ ਮੰਨੇ, ਮੇਰੀ ਨਜ਼ਰ ਦੇ ਵਿੱਚ ਜਿਹੜੇ ਹੀਰੋ ਨੇ, ਤੁਸੀਂ ਮੈਨੂੰ ਆਵਾਜ਼ ਦੱਸਿਓ, ਠੀਕ ਹੈ? ਕਿਉਂਕਿ ਮੈਂ ਹੈੱਡਫੋਨ ਨਹੀਂ ਲਾਏ, ਜੇ ਜ਼ਰੂਰਤ ਹੋਈ ਤਾਂ ਫਿਰ ਮੈਂ ਲਾ ਲੈਣਾ, ਅਤੇ ਤੁਸੀਂ ਮਾੜਾ ਜਿਹਾ ਮੈਨੂੰ ਦੱਸ ਦੇਣਾ। ਅੱਛਾ, ਮੇਰੀ ਆਪਣੀ ਇੱਕ ਨਿੱਜੀ ਰਾਏ ਹੈ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਮੇਰੇ ਆਈਡੀਅਲ ਨੇ, ਚਾਹੇ ਕੋਈ ਵੀ ਹੈ, ਤਾਂ ਉਹਨਾਂ ਬਾਰੇ ਦੂਸਰਾ ਕੋਈ ਕੀ ਸੋਚਦਾ ਹੈ, ਮੈਂ ਮਤਲਬ ਕਿ ਉਸ ਚੀਜ਼ ਦੇ ਨਾਲ ਨਹੀਂ। ਕਿਉਂਕਿ ਮੇਰੀ ਨਜ਼ਰ ਦੇ ਵਿੱਚ ਜਿਹੜਾ ਹੀਰੋ ਹੈ, ਮੇਰੀ ਨਜ਼ਰ ਦੇ ਵਿੱਚ, ਫਰਜ਼ ਕਰੋ ਮੇਰਾ ਬਾਪ ਮੇਰੀ ਨਜ਼ਰ ਦੇ ਵਿੱਚ ਹੀਰੋ ਹੈ, ਤਾਂ ਸਾਰਿਆਂ ਦੀ ਨਜ਼ਰ ਦੇ ਵਿੱਚ ਤਾਂ ਹੀਰੋ ਨਹੀਂ ਹੋਏਗਾ ਨਾ। ਹਰ ਇੱਕ ਬੱਚੇ ਵਾਸਤੇ ਉਹਦਾ ਬਾਪ ਹੀਰੋ ਹੁੰਦਾ ਹੈ, ਪਹਿਲਾ ਹੀਰੋ ਹੁੰਦਾ ਹੈ। ਅਤੇ ਪਿੰਡ ਦੇ ਵਿੱਚ, ਮੁਆਸ਼ਰੇ ਦੇ ਵਿੱਚ ਉਹ ਸਾਰੇ ਦਾ ਹੀਰੋ ਨਹੀਂ ਹੁੰਦਾ। ਬਹੁਤ ਸਾਰੇ ਲੋਕ ਉਹਦੇ ਨਾਲ ਸਹਿਮਤ ਹੁੰਦੇ ਆ, ਉਹਦੀ ਬਦਨਾਮੀ ਵੀ ਕਰਦੇ ਆ, ਉਹਦੇ 'ਚ ਬੁਰਾਈਆਂ ਵੀ ਹੁੰਦੀਆਂ ਨੇ। ਪਰ ਕੀ ਫਰਕ ਪੈਂਦਾ ਹੈ? ਕੀ ਫਰਕ ਪੈਂਦਾ ਹੈ? ਠੀਕ ਆ, ਉਸੇ ਤਰ੍ਹਾਂ ਜੇ ਆਪਾਂ ਦੇਖੀਏ, ਸਾਡੇ ਜਿਹੜੇ ਹੀਰੋ ਹੁੰਦੇ ਆ ਉਹਨਾਂ ਦੀ ਆਲੋਚਨਾ ਵੀ ਹੁੰਦੀ ਹੈ। ਪਰ ਮੈਂ ਜਿਸ ਨੂੰ ਹੀਰੋ ਮੰਨਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਕ੍ਰਿਟੀਸਿਜ਼ਮ ਦੇ ਨਾਲ ਉਹ ਛੋਟਾ ਹੋ ਜਾਏਗਾ, ਚਾਹੇ ਕੋਈ ਵੀ ਹੈ। ਮੈਂ ਗੁਰੂ ਕਾਲ ਤੋਂ ਲੱਗ ਜਾਵਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੂੰ ਮੈਂ ਆਦਰਸ਼ ਮੰਨਦਾ ਤਾਂ ਉਹ ਕਿਸੇ ਟਿੱਪਣੀ ਨਾਲ ਛੋਟੇ ਹੋ ਜਾਣਗੇ। ਔਰ ਹੁੰਦਾ ਕੀ ਹੈ ਕਿ ਸ਼ਹਾਦਤ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਕਰਮ ਹੈ। ਕੋਈ ਬੰਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਇਹ ਸੋਚ ਕੇ ਸ਼ਹੀਦ ਹੁੰਦਾ ਜਾਂ ਸ਼ਹਾਦਤ ਦਿੰਦਾ ਕਿ ਲੋਕ ਮੈਨੂੰ ਸ਼ਹੀਦ ਕਹਿਣ। ਉਹ ਇੱਕ ਭਾਵਨਾ ਜੁੜਦੀ ਹੈ।
ਕਿਸੇ ਕੌਮ ਦੀ, ਕਿਸੇ ਖਿੱਤੇ ਦੀ ਇੱਕ ਭਾਵਨਾ ਜੁੜ ਜਾਂਦੀ ਹੈ। ਤਾਂ ਮੈਂ ਕਿਸੇ ਦਾ ਨਾਮ ਲੈ ਬਗੈਰ ਹੀ ਕਹਿੰਦਾ ਕਿ ਬਹੁਤ ਸਾਰੇ ਆਪਾਂ ਦੇਖਿਆ, ਬਹੁਤ ਸਾਰੇ ਲੋਕ ਚਾਹੇ ਕੋਈ ਸਿੰਗਰ ਹੋਵੇ, ਚਾਹੇ ਕੋਈ ਮਤਲਬ ਕਿ ਹੋਰ ਇਸ ਤਰ੍ਹਾਂ ਦੀ ਸੈਲੀਬ੍ਰਿਟੀ ਹੋਵੇ, ਤਾਂ ਉਹਨਾਂ ਨੂੰ ਵੀ ਸ਼ਹੀਦ ਲਿਖ ਦਿੰਦੇ ਨੇ। ਉਹਨਾਂ ਦੀ ਇੱਕ ਭਾਵਨਾ ਹੈ, ਪਰ ਆਪਾਂ ਨਹੀਂ ਲਿਖਦੇ। ਸੋ ਗੱਲ ਇਹ ਆ ਕਿ ਸਾਰੀ ਦੁਨੀਆ ਕਿਸੇ ਵੀ ਬੰਦੇ ਨੂੰ ਸ਼ਹੀਦ ਨਹੀਂ ਮੰਨਦੀ। ਮਿਸਾਲ ਦੇ ਤੌਰ 'ਤੇ ਹੁਣ ਜੰਗ ਹੁੰਦਾ ਤਾਂ ਜੇ ਪਾਕਿਸਤਾਨ ਵੱਲੋਂ ਕੋਈ ਲੜ ਰਿਹਾ ਤਾਂ ਉਹ ਉਹਨਾਂ ਵਾਸਤੇ ਸ਼ਹੀਦ ਹੈ, ਜੇ ਕੋਈ ਭਾਰਤ ਵੱਲੋਂ ਲੜ ਰਿਹਾ ਸ਼ਹਾਦਤ ਦੇ ਰਿਹਾ ਤਾਂ ਉਹਦੇ ਵਾਸਤੇ ਸ਼ਹੀਦ ਆ। ਸਿੰਪਲ ਫੰਡਾ ਆ। ਉਸੇ ਤਰ੍ਹਾਂ ਕੌਮ ਦੇ ਵਿੱਚ ਹੁੰਦਾ ਕਿ ਮਤਲਬ ਕਿ ਇੱਕ ਕੌਮ ਕਿਸੇ ਨੂੰ ਹੀਰੋ ਮੰਨਦੀ ਹੈ ਜਾਂ ਕੌਮ ਦਾ ਇੱਕ ਹਿੱਸਾ ਮੰਨਦਾ ਤੇ ਦੂਸਰੇ ਨਹੀਂ ਮੰਨਦੇ। ਕੀ ਫਰਕ ਪੈ ਜਾਂਦਾ ਇਸ ਚੀਜ਼ ਦੇ ਨਾਲ? ਹਾਂ, ਧੱਕੇ ਨਾਲ ਨਹੀਂ ਮਨਾਇਆ ਜਾ ਸਕਦਾ ਔਰ ਧੱਕੇ ਨਾਲ ਛੁਟਿਆਇਆ ਵੀ ਨਹੀਂ ਜਾ ਸਕਦਾ। ਇਹ ਇੱਕ ਨਾ ਵਿਚਾਰਧਾਰਕ ਚੀਜ਼ ਚੱਲ ਰਹੀ। ਮੈਂ ਤੁਹਾਨੂੰ ਇਤਿਹਾਸ 'ਚ ਲੈ ਜਾਣਾ ਥੋੜ੍ਹਾ ਜਿਹਾ, ਪਰ ਇਸ ਤੋਂ ਪਹਿਲਾਂ ਜੋ ਆਪਾਂ ਗੱਲ ਕਰ ਰਹੇ ਹਾਂ, ਮੈਂ ਥੋੜ੍ਹਾ ਜਿਹਾ ਤੁਹਾਨੂੰ ਅਤੀਤ ਦੇ ਵਿੱਚ ਲੈ ਕੇ ਜਾਵਾਂ ਥੋੜ੍ਹਾ। ਉਹਦੇ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਦੇਖੋ ਇਸ ਤਰ੍ਹਾਂ ਦੀ ਜਿਹੜੀ ਲੜਾਈ ਹੁੰਦੀ ਹੈ, ਅਸੀਂ ਧਿਰ ਬਣ ਜਾਂਦੇ ਹਾਂ, ਧਿਰਵਾਦੀ ਹੋ ਜਾਂਦੇ ਹਾਂ। ਇੱਕ ਉੱਧਰ ਖਲੋ ਜਾਂਦਾ, ਇੱਕ ਉੱਧਰ ਖਲੋ ਜਾਂਦਾ। ਮਤਲਬ ਕਿ ਸਾਡੀ ਹਮੇਸ਼ਾ ਇਹ ਇੱਕ ਪ੍ਰੋਬਲਮ ਰਹਿੰਦੀ ਹੈ। ਔਰ ਇਹ ਸਹਿਮਤੀ ਵੈਸੇ ਅੱਛੀ ਵੀ ਹੁੰਦੀ ਹੈ। ਗੱਲ ਇਹ ਆ ਕਿ ਜਿੱਥੋਂ ਤੱਕ ਆਪਾਂ ਭਗਤ ਸਿੰਘ ਦਾ ਮਸਲਾ ਲਈਏ ਤਾਂ ਬਿਲਕੁਲ ਮੈਂ ਨਾਮ ਲਏ ਬਗੈਰ ਹੀ ਕਹਿ ਦਿੱਤਾ ਜੀ, ਪਿੰਦਾ ਜੀ ਤੁਹਾਡਾ ਕਮੈਂਟ ਆਇਆ ਅਤੇ ਮੈਂ ਬਿਲਕੁਲ ਕਹਿ ਦਿੱਤਾ ਕਿ ਕਿਸੇ ਕੌਮ ਵਾਸਤੇ ਕੋਈ ਹੀਰੋ ਹੁੰਦਾ, ਕੋਈ ਸ਼ਹੀਦ ਹੁੰਦਾ, ਦੂਜੀ ਕੌਮ ਵਾਸਤੇ ਉਹਦੀ ਨਜ਼ਰ ਦੇ ਵਿੱਚ ਉਹ ਸ਼ਾਇਦ ਨਹੀਂ ਹੁੰਦਾ, ਜਾਂ ਕਿਸੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਕੋਈ ਕਹਿ ਲਓ ਕਿ ਦਹਿਸ਼ਤਗਰਦ ਹੁੰਦਾ, ਪਰ ਦੂਸਰੀ ਇੱਕ ਕਮਿਊਨਿਟੀ ਦੀ ਨਜ਼ਰ ਦੇ ਵਿੱਚ, ਇੱਕ ਕੌਮ ਦੀ ਨਜ਼ਰ ਦੇ ਵਿੱਚ ਉਹ ਹੀਰੋ ਹੀ ਹੁੰਦਾ। ਚਲੋ ਆਪਾਂ ਇਸ ਚੀਜ਼ ਨੂੰ ਅੱਗੇ ਨਹੀਂ ਵਧਾਵਾਂਗੇ, ਆਪਾਂ ਇਹਦੇ 'ਚ ਕੁਝ ਫੈਕਟ ਦੱਸ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਜਿਹੜੀ ਜ਼ਰੂਰੀ ਗੱਲ ਕਰਨੀ ਹੈ ਉਸ ਗੱਲ ਨਾਲ ਆਪਾਂ ਸਮਾਪਤੀ ਕਰ ਦੇਵਾਂਗੇ। ਅਤੇ ਗੱਲ ਇਹ ਆ ਕਿ ਦੇਖੋ ਅੱਜ ਤੋਂ 8-10 ਸਾਲ ਪਹਿਲਾਂ ਨਾ ਇੱਕ ਬੁੱਕ ਦਾ ਬਹੁਤ ਰੌਲਾ ਪਿਆ ਸੀਗਾ। ਜਦੋਂ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਆਏ ਹਾਂ ਇੱਥੇ ਸੋਸ਼ਲ ਮੀਡੀਆ 'ਤੇ, ਤਾਂ ਉਹਦੇ ਵਿੱਚੋਂ ਇਹ ਹੋਇਆ ਕਿ ਇੱਕ ਬੁੱਕ ਸੀਗੀ JNU ਦੇ ਵਿੱਚ ਸੀਗੀ ਸ਼ਾਇਦ। JNU ਦੀ ਬੁੱਕ ਦੇ ਵਿੱਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਅੱਤਵਾਦੀ ਮਤਲਬ ਕਿ ਇੱਦਾਂ ਲਿਖਿਆ ਗਿਆ ਸੀਗਾ, ਔਰ ਜਗ੍ਹਾ ਜਗ੍ਹਾ ਲਿਖਿਆ ਗਿਆ ਸੀ। ਉਹਦੀ ਬੁੱਕ ਦੀ ਮੇਰੇ ਖਿਆਲ ਦੇ ਨਾਲ ਚਰਚਾ ਬਹੁਤ ਹੋਈ। ਉਹਦਾ ਨਾਮ ਸੀਗਾ, ਤੁਸੀਂ ਗੂਗਲ ਕਰ ਲੈਣਾ, ਮੈਂ ਤੁਹਾਨੂੰ ਨਾਂ ਦੱਸ ਦਿੰਦਾ, ਫਰੀਡਮ ਸਟਰਗਲ ਆਫ ਇੰਡੀਆ। ਠੀਕ ਹੈ ਜੀ, ਫਰੀਡਮ ਸਟਰਗਲ ਆਫ ਇੰਡੀਆ। ਉਹਦੇ ਵਿੱਚ ਜਗ੍ਹਾ ਜਗ੍ਹਾ ਲਿਖਿਆ ਸੀ ਅਤੇ ਗੱਲ ਬਹੁਤ ਮਤਲਬ ਕਿ ਉਸ ਟਾਈਮ ਉਹ ਆਪਣੀ ਮਤਲਬ ਕਿ ਪੰਜਾਬ ਦੇ ਵਿੱਚ ਉਹ ਲਾਰਜਰ ਡਿਬੇਟ ਨਹੀਂ ਸੀ ਹੋਈ ਉਸ ਟਾਈਮ, ਕੌਮੀ ਪੱਧਰ 'ਤੇ ਉਹ ਡਿਬੇਟ ਖਾਸੀ ਹੋਈ ਸੀ। ਉਦੋਂ UPA ਸਰਕਾਰ ਸੀ, UPA 2। ਤਾਂ ਹੋਇਆ ਕਿ UPA 2 ਦੇ ਵਿੱਚ ਫਿਰ ਤੁਹਾਨੂੰ ਯਾਦ ਹੋਏਗਾ ਮਨਮੋਹਨ ਸਿੰਘ ਸਰਕਾਰ ਵੇਲੇ ਰਾਜ ਸਭਾ ਦੇ ਵਿੱਚ ਇਹ ਪ੍ਰਸਤਾਵ ਵੀ ਲਿਆਂਦਾ ਗਿਆ ਸੀਗਾ ਕਿ ਭਗਤ ਸਿੰਘ ਜੀ ਨੂੰ ਮਤਲਬ ਕਿ ਸ਼ਹੀਦੀ ਦੇ ਤੌਰ 'ਤੇ ਦੇਖਿਆ ਜਾਵੇ, ਉਹਨਾਂ ਦੀ ਜੋ ਕੁਰਬਾਨੀ ਹੈ ਤਾਂ ਉਹਨੂੰ ਦਰਜ ਕੀਤਾ ਜਾਵੇ, ਕਿਉਂਕਿ ਬਹੁਤ ਸਾਰੀਆਂ RTIs ਤੁਹਾਨੂੰ ਮਿਲ ਜਾਣਗੀਆਂ, ਅੱਜ ਵੀ ਰਿਕਾਰਡ 'ਤੇ ਨੇ, ਜਿਨ੍ਹਾਂ ਦੇ ਵਿੱਚ ਕੇਂਦਰ ਸਰਕਾਰ ਨੇ ਲਿਖਿਆ ਕਿ ਮਤਲਬ ਕਿ ਕਿਸੇ ਨੂੰ ਵੀ ਉਹਦੇ 'ਚ ਸ਼ਹੀਦ ਊਧਮ ਸਿੰਘ ਜੀ ਸਨ, ਕਰਤਾਰ ਸਿੰਘ ਜੀ ਸਰਾਭਾ ਸਨ, ਭਗਤ ਸਿੰਘ ਜੀ ਵੀ ਸਨ, ਰਾਜਗੁਰੂ ਜੀ, ਸੁਖਦੇਵ ਜੀ, ਸਾਰੇ ਹੀ ਸਨ, ਅਤੇ ਕਿਸੇ ਨੂੰ ਵੀ ਇਹਨਾਂ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹੋਇਆ ਇੰਡੀਆ ਗੌਰਮੈਂਟ ਨੇ। ਮੈਂ ਤੁਹਾਨੂੰ ਥੋੜ੍ਹੀ ਜਿਹੀ ਮਤਲਬ ਕਿ ਫੈਕਚੁਅਲੀ ਜਾਣਕਾਰੀ ਦੇਣ ਦਾ ਯਤਨ ਕਰਾਂਗਾ। ਅੱਛਾ, ਫਿਰ ਰਾਜ ਸਭਾ ਦੇ ਵਿੱਚ ਇਹਨਾਂ ਨੇ ਉਹ ਲਿਆਂਦਾ ਤਾਂ ਹੈ ਪ੍ਰਸਤਾਵ, ਚਰਚਾ ਵੀ ਹੋਈ, ਪਰ ਬਾਅਦ ਦੇ ਵਿੱਚ ਸਰਕਾਰ ਨੇ ਉਹ ਕਹਾਣੀ ਜਿਉਂ ਦੀ ਤਿਉਂ ਹੀ ਛੱਡ ਦਿੱਤੀ, ਜਿਉਂ ਦੀ ਤਿਉਂ ਹੀ ਛੱਡ ਦਿੱਤੀ। ਅੱਛਾ, ਮਤਲਬ ਕਿ ਦਰਜਾ ਨਹੀਂ ਦਿੱਤਾ। ਇਹ ਲਾਸਟ ਵਾਰੀ ਮੈਂ 2020 ਦੇ ਵਿੱਚ ਵੇਖਿਆ ਸੀਗਾ ਕਿ ਮੁੜ ਤੋਂ ਜਦੋਂ RTI ਪਾਈ ਗਈ ਤਾਂ ਕੇਂਦਰ ਸਰਕਾਰ ਦਾ ਉਹੀਓ ਜਵਾਬ ਸੀਗਾ ਕਿ ਭਾਈ ਮਤਲਬ ਕਿ ਕਿਸੇ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਸੋ ਪਲੀਜ਼ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਇੱਥੇ ਕੋਈ ਗਾਲ ਮੰਦਾ ਆਪਸ ਦੇ ਵਿੱਚ ਨਾ ਲੜਿਓ, ਕਿਉਂਕਿ ਆਪਸ ਦੇ ਵਿੱਚ ਲੜਾਈ ਦਾ ਤਾਂ ਜ਼ਿਕਰ ਕਰ ਰਹੇ ਹਾਂ ਅਸੀਂ। ਮੇਰੀ ਹੱਥ ਜੋੜ ਕੇ ਬੇਨਤੀ ਆ, ਚਾਹੇ ਕੋਈ ਛੋਟਾ ਸਮਝ ਲਓ, ਚਾਹੇ ਕੋਈ ਆਪ ਤੋਂ ਵੱਡਾ ਸਮਝ ਲਓ ਉਮਰ ਦੇ ਹਿਸਾਬ ਨਾਲ, ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਹ ਕਲੇਸ਼ ਤਾਂ ਮੈਂ ਚਾਹੁੰਦਾ ਨਹੀਂ ਸੀਗਾ ਕਿ ਇਹਦੇ 'ਚੋਂ ਬਾਈ ਬਾਹਰ ਆਓ ਅਤੇ ਇੱਕ ਕੰਮ ਦੀ ਗੱਲ ਸੁਣ ਲਓ। ਮੈਂ ਕੀ ਕਹਿਣ ਲੱਗਾ ਸੀਗਾ ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਮਤਲਬ ਕਿ ਮੈਂ ਦੱਸਣਾ ਇਹ ਚਾਹੁੰਦਾ ਸੀਗਾ ਕਿ ਫੈਕਚੁਅਲੀ ਜਿਹੜੀ ਸਥਿਤੀ ਹੈ ਇਸ ਡਿਬੇਟ ਦੀ ਉਹ ਕਿੱਥੇ ਖਲੋਤੀ ਹੈ। ਜੇ ਗੱਲ ਧਿਆਨ ਨਾਲ ਸੁਣ ਲਓਗੇ ਠੀਕ ਹੈ, ਅਤੇ ਜੇ ਵੀਰੇ ਤੁਸੀਂ ਲੜਨਾ ਹੈ ਤਾਂ ਉਹ ਲੜਾਈ ਦਾ ਅਖਾੜਾ ਤੁਸੀਂ ਇੱਕ ਪੋਸਟ ਪਾ ਦੇਣੀ ਹੈ, ਉਹਦੇ ਥੱਲੇ ਆਪਣੇ ਆਪ ਹੀ ਹੋ ਜਾਣਾ ਹੈ,
तो मैं नहीं चाहता, मैं हमेशा साइलेंट रहना ही पसंद करूँगा। कोई गल नहीं, डरदे कह लो जो मर्जी, मैं हमेशा पाठक तो बचदा कि किसी भी समाज दे विच असीं पाठक ना पाईए। जे असीं पाठक पाउने तो मेरे ख्याल दे नाल असीं पत्रकार नहीं हैगे। जे असीं इत्थों रोजी रोटी खाने, असीं अपने समाज नूं पाड़ के जे काम करना स्टार्ट कर दईए तो मेरे ख्याल दे नाल वो दुरुस्त नहीं होएगा। बस इन्नी मेरी गुजारिश है। सुखजिंदर मेरा छोटा भरा है पंजगराई वाला, तो शायद आया हुआ है। चलो अच्छा, देखो गल की है कि इस मसले ते फिर होया कि इन्हां ने वो छड्ड दिता। हुण फिर एक मेरे ख्याल दे नाल जिहड़ी जम्मू कश्मीर दे विच यूनीवर्सिटी है उन्हां दी वड्डी, शायद कश्मीर यूनीवर्सिटी है जां कुछ ऐसा नाम है, ਉਹਦੇ एक प्रोफैसर ने ताजुद्दीन शायद उन्हां दा नाम सीगा, उन्हें भी भगत सिंह नूं अतवादी कह दिता सीगा। तो उस वेले भी फिर बहस, जिवें मैं तुहानूं कहा कि बहस छिड़दी रही, मतलब कि वक्त ये जिहड़ी चलदी रही चर्चा। हुण वड्डा सवाल तो देखो कॉमनिस्टां दा भी आपां वेखदे हां कि भगत सिंह हीरो है, पर ये एक वड्डा सवाल रहेगा कि जदों UPA 1 सी तां कामरेड उत्थे सरकार जां कह लो कि सत्ता दे विच हिस्सेदार सन, तो एक वड्डा सवाल रहेगा कि उदों इन्हां ने ये सारियां चीज़ां करा लैंदे तां मेरे ख्याल दे नाल दुरुस्त सीगा। तो इसे करके मतलब ये चर्चा जिहड़ी है उन्होंने पहलां भी चली है। मैं तुहानूं ऑन रिकॉर्ड चीज़ां दस दित्तियां ने कि ये बहस मैं वेखी है अगे, मैनूं याद आ चीज़ां पोटियां ते गिणियां हुंदियां। आपां हुण लड़न लगे आ, आपां लेट लड़ाई ऐतकी पंजाबियां ने शुरू कीती आ, अदरवाइज ये ते बड़े लंबे समय की डिबेट है, बहुत लंबे समय की डिबेट है हजूर। सो गल ये आ कि असी ये तो मतलब कि थोड़ा गुरेज करिए तो अच्छा होएगा। मैं कहा कि साडी हमेशा ये धारणा होनी चाहिए है कि भाई मेरा जिहड़ा हीरो है मेरी नज़र दे विच हीरो है। जे तुहाडा रिमोट किसी के हत्थ दे विच है, तुहाडा रिमोट किसी के हत्थ दे विच है कि तुहाडे हीरो नूं कोई माड़ा जिहा क्रिटिसिज्म चलना पिया ते तुसी अग बबूला हो जाओ, हाँ ठीक है, डिबेट चलिया, बहुत अच्छी गल है, इहदे च बहुत कुछ तुहानूं जिहड़े नवे मुंडे ने मतलब कि साथों छोटे ने उन्होंने सीखण नूं मिलेगा, वो अपनी राय अपनी बना सकते हैं। पर मेरे कहने का मतलब ये है कि असीं लेट हो गए, ये बहुत लंबे समय का डिबेट है, हुण दा नहीं है। जिहड़े भगत सिंह नूं अपना नायक मनदे उन्होंने भी डरन की जरूरत नहीं, जिहड़े नहीं मनदे तो उन्होंने धक्के नाल मनाउण की भी जरूरत नहीं हैगी। ठीक है ना, हरेक की धारणा है, इनू स्पष्ट कर लो जिंदगी दे विच कि तुहाडा हीरो जे किसी दे छुट्टिआया दा छोटा हुंदा है, कोई आलोचना करता है, तो फिर यदा मतलब कि तुहाडा ही रिमोट किसी के हत्थ दे विच है कि वो तुहानूं जदों मर्जी वो भड़का सकता है। सो मेरी तो ये सीधी एक राय होंदी है कि जो साडे आइडियल ने वो साडे आइडियल रहने ही रहने ने, जो साडी कौम के आइडियल ने वो रहने ही रहने ने, दूजा मन्ने या ना मन्ने की फर्क पैंदा है। अच्छा इत्थे एक पांडी हुंदा सी माझेवाल दा, ते कथित तौर पर कहा जाता सीगा ते बार्डर पार फड़िया गया, शहीद तो उन्होंने भी कहा गया, लिखा गया, पाकिस्तानियों ने कुट के मार दिता सीगा जेल दे विच, माड़ा होया, नहीं सी मरना चाहिए, रिहाई उहदी बनती सी। हुण सारे तो नहीं मनते, मेरे ख्याल दे नाल सारा माझा ही नहीं मनदा होना, तो फिर की करांगे? जिहड़ा मन रहा आपां उन्हां दे परिवार दीआं भावनावां नूं क्यों आहत करदे हैं बार बार। सो यही गल मैं सिमरनजीत सिंह जी मान जिहड़े कि साडे कह लो कि बहुत बजुर्ग ने, आदरयोग ने, वखरेवा हुंदा विचारां दा, पर मैं मतलब कि हरेक बजुर्ग का सन्मान करना वा। एक चीज़ उन्होंने वेखनी चाहिए है कि मान साहब वेखो किते ग्राउंड सैट ना हो जाए। मैं जिहड़ियां गल्लां कह रहा, वैसे जिहड़े मेरे करीबी ने मैं उन्होंने नाल गल्लां करदा रहना हुन्ना कि वेखो किते फिरकू राजनीति का केंद्र ना बन जाए। और ये एक्सपैरीमेंटल फेज दे विच पंजाब पहुँच चुका है। मैं तुहाडी जानकारी लई दस देवां, सुमान साहब नूं भी क्योंकि बजुर्ग ने, वो आज़ाद ने, उन्हां दा स्टैंड स्पष्ट हुंदा ऑलवेज, ठीक है ना जी, कोई कुछ भी कहे वो हमेशा मतलब अपने स्टैंड ते वो अडोल रहिंदे ने, चलो अच्छी गल आ। तो गल ये आ कि मैं उन्होंने कह रहा कि किते वेखिओ जाने अणजाने दे विच, क्योंकि जिस तरह असी चल रहे हैं, जिस तरह असी वध रहे हैं, साडी जवानी का हुण एक नवां पोश तैयार है, क्योंकि असी तो हुण लंघ गए जवानी वाले चो, तो जिहड़ी साडी ये जवानी जोशीली जवानी है, वेखिओ किते खता ना खा जाए। मेरी बस इन्नी हाथ जोड़ के बेनती है, डिबेट चलते रहने चाहिए, उहदे च कोई वो है नहीं। सिमरनजीत सिंह मान होरां दा अपना मनना है, तो उन्होंने उही गल चक्की है जो इंडिया दे विच अगे चलदी आई है।
मतलब कि सदन तक ये चर्चा हो चुकी है, तो उस चर्चा ਨੂੰ ਅੱਗੇ ਤੋਰਿਆ, ਬੁੱਕਾਂ ਤੱਕ ਇਹ ਚਰਚਾ ਹੋ ਚੁੱਕੀ ਆ। ਮੈਂ ਤੁਹਾਨੂੰ ਬਾਕਾਇਦਾ ਕਿਤਾਬ ਦਾ ਜ਼ਿਕਰ ਕਰ ਦਿੱਤਾ, ਬਾਕਾਇਦਾ ਪ੍ਰੋਫੈਸਰ ਸਾਹਿਬ ਦਾ ਨਾਮ ਕੋਟ ਕਰ ਦਿੱਤਾ, ਤਾਂ ਕਿ ਸਾਡੀ ਜਾਣਕਾਰੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਮਤਲਬ ਕਿ ਅੱਧੀ ਅਧੂਰੀ ਨਾ ਹੋਵੇ। ਤਾਂ ਖੈਰ, ਤਾਂ ਗੱਲ ਇਹ ਆ ਕਿ ਬਈ ਤੁਸੀਂ ਇਹ ਨਾ ਕੰਮ ਕਰ ਲਿਓ ਕਿਤੇ, ਕਿਉਂਕਿ ਜੇ ਭਾਰਤੀ ਜਨਤਾ ਪਾਰਟੀ ਦੀ ਕਿਤੇ ਜੜ ਲੱਗੇਗੀ ਤਾਂ ਉਹ ਲੱਗੇਗੀ ਧਰੂਵੀਕਰਨ 'ਤੇ। ਜਿਸ ਦਿਨ ਪੰਜਾਬ ਦਾ ਹਿੰਦੂ ਜਿਹੜਾ ਆਲਮੋਸਟ 40% ਵਸੋਂ ਸ਼ੇਅਰ ਰੱਖਦਾ ਹੈ, ਜੇ ਉਹ ਇੱਕ ਧੁਰਾ ਬਣ ਗਿਆ ਸੱਤਾ ਦੇ ਵਿੱਚ, ਜੇ ਉਹ ਧਰੂਵੀਕਰਨ ਵੱਲ ਤੁਰ ਪਿਆ, ਫਿਰ ਇਸ ਪੰਜਾਬ ਨੂੰ ਕੋਈ ਵੀ ਜਿੱਤ ਸਕਦਾ ਹੈ। ਖਾਸ ਤੌਰ 'ਤੇ ਜਿਹੜੇ ਕਹਿ ਲਓ ਕਿ ਫਿਰਕੂ ਰਾਜਨੀਤੀਕਰਨ ਦੇ ਮਾਹਰ ਨੇ। ਸੋ ਇੰਨੀਆਂ ਗੱਲਾਂ ਦਾ ਗੌਰ ਜ਼ਰੂਰ ਕਰ ਲਿਓ। ਵੈਸੇ ਸਾਡੀਆਂ ਗੱਲਾਂ ਬਹੁਤ ਛੋਟੇ, ਅਸੀਂ ਅਧਨੇ ਜੇ ਲੋਕ ਹਾਂ, ਸਾਡੀਆਂ ਗੱਲਾਂ ਨੂੰ ਕੋਈ ਵੱਡਾ ਕਿਉਂ ਗੌਲੇਗਾ। ਪਰ ਮੈਂ ਤੁਹਾਨੂੰ ਵੀ ਜ਼ਰੂਰ ਰਿਕੁਐਸਟ ਕਰਾਂਗਾ ਕਿ ਤੁਸੀਂ ਕਿਸੇ ਦੇ ਵੀ ਸਮਰਥਨ ਹੋ, ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੇ ਸਮਰਥਕ ਹੋ, ਚਾਹੇ ਭਗਤ ਸਿੰਘ ਜੀ ਦੇ ਤੁਸੀਂ ਮਤਲਬ ਕਿ ਕਹਿ ਸਕਦੇ ਹਾਂ ਕਿ ਆਈਡੀਅਲ ਮੰਨਣ ਵਾਲੇ ਹੋ, ਉਹਨਾਂ ਨੂੰ ਆਦਰਸ਼ ਮੰਨਣ ਵਾਲੇ ਹੋ, ਦੋਨਾਂ ਨੂੰ ਹੀ ਅਪੀਲ ਕਰਾਂਗਾ ਕਿ ਵੇਖਿਓ ਕਿਤੇ ਇਹ ਡਿਬੇਟ ਜਿਹੜਾ ਹੈ ਨਾ, ਉਹ ਕਿਤੇ ਸਾਨੂੰ ਮਤਲਬ ਕਿ ਦੂਜੇ ਪਾਸੇ ਨਾ ਲੈ ਜਾਵੇ, ਇਹਨੂੰ ਵਿਚਾਰਕ ਹੀ ਰੱਖਿਆ ਜਾਵੇ ਤਾਂ ਠੀਕ ਹੈ। ਵਿਚਾਰ ਬਹੁਤ ਅੱਛੀ ਚੀਜ਼ ਹੁੰਦੀ ਹੈ, ਬਹੁਤ ਨਵਾਂ ਕੁਝ ਸਿੱਖਣ ਨੂੰ ਮਿਲਦਾ। ਤਾਂ ਖੈਰ, ਇਹੀ ਅਪੀਲ ਸੀਗੀ। ਤਾਂ ਹੁਣ ਜਿਹੜੀ ਮੈਂ ਗੱਲ ਕਰਨ ਜਾ ਰਿਹਾ, ਦੇਖੋ ਸਾਡੇ ਅਸਲ ਮੁੱਦੇ ਨੇ ਜਿਹੜੇ, ਅੱਛਾ ਮੈਂ ਖੁਲਾਸਾ ਕੀਤਾ ਸੀਗਾ ਆਪਣੇ ਆਈ ਵਰਲਡ ਦੇ ਪ੍ਰੋਗਰਾਮ ਦੇ ਵਿੱਚ ਕਿ ਇੱਥੋਂ ਤੱਕ ਧੱਕਾ ਹੋਇਆ ਕਿ ਜੋ ਨਿਯੁਕਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਜੋ ਨਿਯੁਕਤੀਆਂ ਹੋਈਆਂ ਨੇ ਖਾਸ ਤੌਰ 'ਤੇ IT ਸੈਕਟਰ ਜਿਹੜਾ ਹੁੰਦਾ ਸਾਡਾ, ਮਤਲਬ ਕਿ ਸਰਕਾਰ ਦਾ ਸੋਸ਼ਲ ਮੀਡੀਆ ਵੇਖਣ ਵਾਲਾ, ਉਹਦਾ ਜਦੋਂ ਰੌਲਾ ਪਿਆ, ਮੈਨੂੰ ਇਸ ਗੱਲ ਦਾ ਪਤਾ ਲੱਗਿਆ। ਮੈਂ ਕਾਫੀ ਮਤਲਬ ਕਿ ਕੰਮ ਕਰ ਰਿਹਾ ਸੀ ਇਹਦੇ 'ਤੇ। ਤਾਂ ਜਿਹੜੀ ਪੰਜਾਬ ਦੀ ਟੀਮ ਨੇ, ਮਤਲਬ ਕਿ ਗੱਭਰੂਆਂ ਦੀ, ਜਾਂ ਉਹਦੇ 'ਚ ਸਾਡੀਆਂ ਕੁੜੀਆਂ ਵੀ ਆਉਣੀਆਂ ਨੇ, ਤਾਂ ਜਿਸ ਟੀਮ ਨੇ ਮਤਲਬ ਕਿ ਬਿਨਾਂ ਤਨਖਾਹ ਤੋਂ ਉਸ ਟਾਈਮ ਤੇ ਬੜੇ ਘੰਟੇ, ਮਤਲਬ ਕਿ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਵਿਚਾਰੇ 2-2 ਵਜੇ ਤੱਕ ਕੰਮ ਕਰਦੇ ਸਨ। ਮਾਫ਼ ਕਰਨਾ ਜੀ, ਮਾੜਾ ਜਿਹਾ ਮੇਰਾ ਲੱਕ ਦਾ ਵੀ ਪ੍ਰੋਗਰਾਮ ਥੋੜ੍ਹਾ ਜਿਹਾ ਗਲਤ ਹੈ, ਲੱਕ ਮੇਰਾ ਦਰਦ ਹੋਣ ਲੱਗ ਜਾਂਦਾ ਹੈ, ਸੋ ਇਸ ਕਰਕੇ ਜ਼ਿਆਦਾ ਬੈਠਾ ਵੀ ਨਹੀਂ ਜਾਂਦਾ ਇੱਕ ਪੋਜੀਸ਼ਨ 'ਚ। ਬੁੱਢੇ ਹੋ ਗਏ ਆ ਜੀ ਹੁਣ, ਇਹ ਚੀਜ਼ ਜਿਹੜੀ ਹੈ ਵਾਰ-ਵਾਰ ਪਤਾ ਲੱਗਦਾ। ਤੇ ਖੈਰ, ਤੇ ਮੈਨੂੰ ਇਹ ਪਤਾ ਲੱਗਾ ਕਿ ਉਹ ਜਿਹੜੇ ਬੱਚੇ ਪਹਿਲਾਂ ਸਾਡੇ ਇਹਨਾਂ ਲਈ ਕੰਮ ਕਰਦੇ ਰਹੇ, ਹੋ ਸਕਦਾ ਉਹ ਸਾਨੂੰ ਕਿਤੇ ਗਾਲਾਂ ਵੀ ਕੱਢਦੇ ਹੋਣ, ਪਰ ਮੈਂ ਉਹਨਾਂ ਨੂੰ ਆਪਣੇ ਬੱਚੇ ਹੀ ਸਮਝਦਾ ਜਿਹੜੇ ਸਾਡੇ ਛੋਟੇ ਆ। ਤੇ ਅੱਛਾ, ਉਹਨਾਂ ਨੂੰ ਹਟਾ ਦਿੱਤਾ ਗਿਆ, ਉਸ ਟੀਮ ਨੂੰ ਹੀ ਹਟਾ ਦਿੱਤਾ ਗਿਆ, ਕਿਉਂਕਿ ਇੱਕ ਜਿਹੜੇ ਇੱਥੇ ਬਾਬੂ ਜੀ ਆਏ ਹੋਏ ਨੇ, ਉਹ ਬਾਬੂ ਜੀ ਕਹਿੰਦੇ ਸਨ ਕਿ ਬਈ ਅਸੀਂ ਥੋੜ੍ਹਾ ਜਿਹਾ ਪ੍ਰਮੋਟ ਹੋਣਾ ਪੰਜਾਬ 'ਚ, ਅਤੇ ਉਹਨਾਂ ਨੇ ਤਵੱਜੋ ਜ਼ਿਆਦਾ ਨਹੀਂ ਦਿੱਤੀ ਅਤੇ ਉਹਨੂੰ ਮਤਲਬ ਕਿ ਸਾਰੀ ਟੀਮ ਨੂੰ ਬਦਲ ਦਿੱਤਾ ਗਿਆ। ਇਹ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਾਣਕਾਰੀ ਮਿਲ ਵੀ ਜਾਏਗੀ। ਇਹ ਨਿਯੁਕਤੀਆਂ ਦੀ ਵਜ੍ਹਾ ਅਸਲ ਦੇ ਵਿੱਚ ਇਹ ਸੀ, ਉਹ ਨਿਯੁਕਤੀਆਂ ਵਾਲਾ ਮੁੱਦਾ ਵੀ ਦਬ ਗਿਆ। ਫਿਰ ਉੱਤੋਂ ਗੈਰ ਪੰਜਾਬੀ ਜਿਹੜੇ ਜੋਬਾਂ ਲੈ ਰਹੇ ਆ, ਉਹ ਮੁੱਦਾ ਨਿਕਲਿਆ, ਉਹ ਵੀ ਦਬ ਗਿਆ। ਫਿਰ ਵੱਡਾ ਮੁੱਦਾ ਜਿਹੜਾ ਸੀਗਾ ਸਾਡਾ, ਕਿ ਅਸੀਂ ਦੇਖ ਰਹੇ ਸੀਗੇ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਖਾਸੀ ਘਿਰੀ ਪਈ ਸੀਗੀ ਕਿ ਅਸੀਂ ਜਿਹੜੇ ਆਪਾਂ ਕਹਿੰਦੇ ਹਾਂ ਕਿ ਪੰਜਾਬ ਨਾਲ ਜੁੜੇ ਮੁੱਦੇ ਆ, ਉਹਨਾਂ ਨੂੰ ਲੈ ਕੇ ਬਹੁਤ ਮਤਲਬ ਕਿ ਸਾਰੇ ਮੋਰਚਿਆਂ 'ਤੇ। ਤਾਂ ਫਿਰ ਉਹਨਾਂ ਨੂੰ ਇੱਕ ਚੀਜ਼ ਹੱਥ ਲੱਗੀ, ਤਾਂ ਉਹ ਭਗਤ ਸਿੰਘ ਜੀ ਵਾਲਾ ਜਿਹੜਾ ਵਿਵਾਦ ਹੈ, ਉਹ ਉਹਨਾਂ ਨੂੰ ਬਹੁਤ ਹੱਦ ਤੱਕ ਕਹਿ ਲਓ ਕਿ ਤਾਰਨਹਾਰ ਬਣ ਕੇ ਮਿਲ ਗਿਆ। ਚਲੋ, ਤਾਰਨਹਾਰ ਬਣ ਗਿਆ ਉਹ ਮੁੱਦਾ। ਔਰ ਵੈਸੇ ਵੀ ਜੇ ਤੁਸੀਂ ਦੇਖੋਗੇ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ, ਭਾਰਤੀ ਜਨਤਾ ਪਾਰਟੀ ਇਹ ਚੀਜ਼ ਚਾਹੁੰਦੀ ਹੈ, ਉਹਨੂੰ ਵੀ ਇਸੇ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਉਹ ਮੁਫੀਦ ਹੈ। ਮੁਫੀਦ ਇਸ ਕਰਕੇ ਆ ਕਿ ਉਹ ਮਤਲਬ ਜੇ ਤੁਸੀਂ ਦੇਖੋਗੇ ਤਾਂ ਮਹਾਤਮਾ ਗਾਂਧੀ ਨੂੰ ਹਟਾ ਰਹੇ ਨੇ ਹੌਲੀ ਹੌਲੀ। ਮਤਲਬ ਕਿ ਇਸ ਦੇਸ਼ ਦੇ ਵਿੱਚ ਜੋ ਆਪਣੇ ਨਹੀਂ, ਆਪਣੇ ਪੰਜਾਬੀ ਬਹੁਤ ਘੱਟ ਮਤਲਬ ਕਿ ਆਈਡੀਅਲ ਮੰਨਦੇ ਹੈਗੇ ਨੇ ਲੋਕ ਜਿਹੜੇ ਮਹਾਤਮਾ ਗਾਂਧੀ ਨੂੰ ਆਪਣਾ ਆਦਰਸ਼ ਮੰਨਦੇ ਨੇ। ਮਾਫ਼ ਕਰਨਾ ਜੀ, ਵਾਹਿਗੁਰੂ। ਅੱਛਾ, ਤੇ ਉਹ ਹੌਲੀ ਹੌਲੀ ਮਤਲਬ ਕਿ ਬਦਲ ਰਹੇ ਨੇ, ਮਹਾਤਮਾ ਗਾਂਧੀ ਨੂੰ ਬਾਹਰ ਕੱਢ ਰਹੇ ਨੇ ਆਪਣੀ, ਮਤਲਬ ਤੁਸੀਂ ਦੇਖਿਆ ਹੀ ਹੈ ਦਫ਼ਤਰਾਂ ਤੱਕ। ਔਰ ਇਹ ਹੁਣ ਨਥੂਰਾਮ ਗੌਡਸੇ ਨੂੰ ਬਣਾਉਣਾ ਚਾਹੁੰਦੇ ਸਨ, ਗੌਡਸੇ ਨਹੀਂ ਫਿੱਟ ਬੈਠਾ। ਤਾਂ ਮਹਾਤਮਾ ਗਾਂਧੀ ਨੂੰ ਜੇ ਕੋਈ ਮਤਲਬ ਕਹਿ ਲਓ ਕਿ ਸਿਧਾਂਤਕ ਤੌਰ 'ਤੇ
ਰਿਪਲੇਸ ਕਰ ਸਕਦਾ ਹੈ ਤਾਂ ਭਗਤ ਸਿੰਘ ਜੀ ਹੈ, ਉਹ ਆਪਾਂ ਨੂੰ ਸਭਨਾਂ ਨੂੰ ਪਤਾ ਹੈ। ਤਾਂ ਗੱਲ ਇਹ ਹੈ ਕਿ ਉਹੀ ਚੀਜ਼ ਜਿਹੜੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਲਈ ਤੇ ਇਹ ਗੱਲ ਜਿਹੜੀ ਹੈ ਬਹੁਤ ਹੱਦ ਤੱਕ ਸਰਕਾਰ ਵਾਸਤੇ ਅਨੁਕੂਲ ਰਹੀ। ਇੱਕ ਤੇ ਇਹ ਜਿਹੜੇ ਸੰਕਟਾਂ ਦੇ ਵਿੱਚ ਫਸੇ ਹੋਏ ਸਨ ਉਹਦੇ 'ਚੋਂ ਨਿਕਲ ਗਏ, ਅਤੇ ਦੂਜਾ ਮਤਲਬ ਕਿ ਆਪਣੀ ਜਿੱਦਾਂ ਉਹਨਾਂ ਦੀ ਸੋਚ ਹੈ ਜਿਹੜੀ ਕਿਸੇ ਵੀ ਪਾਰਟੀ ਦੀ ਹੁੰਦੀ ਹੈ, ਅਤੇ ਵਿਚਾਰਕ ਸੋਚ, ਉਹਦੇ 'ਤੇ ਵੀ ਉਹਨਾਂ ਨੇ ਆਪਣੇ ਆਪ ਨੂੰ ਜਸਟੀਫਾਈਬਲ ਕਹਿ ਲਓ ਕਿ ਕਰ ਲਿਆ, ਸਾਰਾ ਕੁਛ ਕਰ ਲਿਆ ਉੱਦਾਂ ਦਾ ਹੀ। ਗੱਲ ਇਹ ਆ ਕਿ ਹੁਣ ਜਿਹੜੀ ਅਸਲ ਗੱਲ ਆ ਕਿ ਮੀਂਹ ਪਿਆ, ਬਹੁਤ ਜ਼ਿਆਦਾ ਮੀਂਹ ਪਿਆ। ਸਾਡਾ ਜ਼ਿਲ੍ਹਾ ਫਿਰੋਜ਼ਪੁਰ, ਕੁਝ ਫਾਜ਼ਿਲਕਾ ਦਾ ਏਰੀਆ ਬਿਲਕੁਲ ਜਿੱਦਾਂ ਕਹਿ ਲਈਏ ਕਿ ਜਾਂ ਤਾਂ ਡੁੱਬ ਚੁੱਕਾ ਅਤੇ ਜਾਂ ਡੁੱਬਣ ਤੇ ਖਲੋਤਾ ਹੈ। ਝੋਨੇ ਵੀ ਮਰ ਗਏ ਨੇ ਕਈ ਥਾਵਾਂ 'ਤੇ। ਮੂੰਗੀ ਦੇ ਦੇਖੋ, ਇਹਨਾਂ ਨੇ ਮੂੰਗੀ ਫਸਲ ਬਚਾਈ ਸਰਕਾਰ ਨੇ, ਔਰ ਭਗਵੰਤ ਸਿੰਘ ਜੀ ਮਾਨ ਨੇ ਬਹੁਤ ਉਹਦੇ 'ਤੇ ਕੰਮ ਵੀ ਕੀਤਾ। ਤਾਂ ਮੂੰਗੀ ਕਈ ਥਾਈਂ ਇਹ ਸ਼ਿਕਾਇਤ ਆ ਕਿ ਜਾਂ ਤਾਂ ਡੁੱਬ ਗਈ ਅਤੇ ਜਾਂ ਉਹਨੂੰ ਫਲੀ ਨਹੀਂ ਲੱਗੀ, ਜਾਂ ਤਾਂ ਫਲੀ ਨਹੀਂ ਲੱਗੀ। ਸੋ ਉਹ ਬੀ ਗਲਤ ਆ ਗਿਆ। ਨਰਮਾ ਵੀ ਮਰ ਗਿਆ, ਉੱਥੇ ਵੀ ਬੀ ਜਿਹੜੇ ਸੀ ਬੀ ਮਾਫੀਆ ਵਾਲੇ ਉਹ ਠੱਗੀਆਂ ਕਰ ਗਏ ਲੋਕਾਂ ਨਾਲ। ਅੱਛਾ ਨਾ, ਹੁਣ ਤੁਸੀਂ ਦੇਖੋ ਕਿ ਜਿਹੜੇ ਡਾਇਵਰਸੀਫਿਕੇਸ਼ਨ ਵਾਲੇ ਏਰੀਏ ਨੇ, ਚਾਹੇ ਉਹ ਤਲਵੰਡੀ ਸਾਬੋ, ਸਰਦੂਲਗੜ੍ਹ, ਇੱਧਰ ਆ ਜਾਓ ਸਾਡਾ ਏਰੀਆ ਆ ਗਿਆ, ਫਿਰ ਇਸ ਤੋਂ ਇਲਾਵਾ ਹੋਰ ਏਰੀਆ, ਇਹ ਤਾਂ ਸਾਰੇ ਡੁੱਬ ਗਏ ਨੇ ਜਾਂ ਸੁੱਕ ਗਏ ਨੇ। ਤਾਂ ਡਾਈਵਰਸੀਫਿਕੇਸ਼ਨ ਵੱਲ ਕੌਣ ਜਾਏਗਾ ਕੱਲ੍ਹ ਨੂੰ? ਅਗਲਾ ਕਹੇਗਾ ਝੋਨਾ ਹੀ ਲਾਓ, ਫਿਰ ਦਫਾ ਕਰੋ, ਗੋਲੀ ਮਾਰੋ। ਅੱਜ ਹਜ਼ੂਰ ਇਹ ਹਾਲ ਆ। ਮੇਰੇ ਨਾਲ ਪੱਕੀ ਟਿੱਬੀ ਪਿੰਡ ਆ, ਉਹ ਸਭ ਬੇੜਾ ਗਰਕ ਕੀਤਾ ਸਿੰਜਾਈ ਘੁਟਾਲੇ ਵਾਲਿਆਂ ਨੇ, ਲਿਆ ਕੇ ਸੇਮ ਨਾਲੇ ਇਸ ਏਰੀਏ 'ਚ ਸੁੱਟ ਦਿੱਤੇ, ਅਤੇ ਅੱਜ ਇਹ ਪਿੰਡ ਵਿਚਾਰਾ ਡੁੱਬਿਆ ਪਿਆ। ਜਾਂ ਬੱਲੂਆਣਿਆਂ ਦਾ ਏਰੀਆ ਜਿਹੜਾ ਬੱਲੂਆਣੇ ਹਲਕੇ ਦਾ, ਬਹੁਤ ਨੁਕਸਾਨ ਹੁੰਦਾ। ਨਰਮਾ ਪੱਟੀ ਏਰੀਏ ਦੇ ਵਿੱਚ ਸਾਰਾ ਬਰਬਾਦ ਹੋ ਗਿਆ ਸਾਰਾ ਕੁਛ। ਫਿਰ ਦੂਜੀ ਚੀਜ਼ ਜਿਹੜੀ ਹੈ ਮੂੰਗੀ ਵੀ ਗਈ। ਤੀਜੀ ਗੱਲ ਇਹ ਆ ਕਿ ਝੋਨਾ ਇੱਧਰ ਫਿਰੋਜ਼ਪੁਰ ਬੰਨੀ ਜਾਂ ਹੋਰ ਜਿਹੜੇ ਇਲਾਕੇ ਨੇ ਫਾਜ਼ਿਲਕਾ ਬੰਨੀ, ਉੱਥੇ ਝੋਨਾ ਵੀ ਖਰਾਬ ਹੋ ਗਿਆ। ਸੋ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਇਲਾਕੇ ਦੀ ਸਾਰ ਲਓ ਯਾਰ। ਡਾਈਵਰਸੀਫਿਕੇਸ਼ਨ ਜਿਹਨੂੰ ਤੁਸੀਂ ਫਸਲੀ ਵਿਭਿੰਨਤਾ ਕਹਿੰਦੇ ਹੋ, ਜਿਹੜੇ ਲੋਕ ਫਸਲੀ ਵਿਭਿੰਨਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ, ਜਿਹੜਾ ਮਾੜਾ ਮੋਟਾ ਕੋਈ ਰਕਬਾ ਘਟਦਾ ਹੈ ਝੋਨੇ ਹੇਠਲਾ, ਤਾਂ ਤੁਸੀਂ ਉਹਨਾਂ ਦੀ ਕੋਈ ਸੁੱਧ ਬੁੱਧ ਲਾਓ। ਅੱਜ 3 ਦਿਨ ਹੋ ਗਏ ਨੇ, 4 ਦਿਨ ਹੋ ਗਏ ਨੇ, ਲੋਕ ਇਕੱਲੇ ਇੱਥੇ ਵਿਚਾਰੇ ਆਪਣੇ ਪੱਧਰ 'ਤੇ ਯਤਨ ਕਰ ਰਹੇ ਨੇ, ਆਪਣੀ ਬਰਬਾਦੀ ਤੇ ਮਾਤਮ ਮਨਾ ਰਹੇ ਨੇ। ਤਾਂ ਤੁਸੀਂ ਕਿਤੇ ਨਾ ਕਿਤੇ ਕਹਿ ਲਓ ਕਿ ਉੱਥੇ ਚੁੱਪ ਕਰਕੇ ਬੈਠੇ ਹੋ। ਸੋ ਇਸ ਕਰਕੇ ਬਈ ਸਰਕਾਰ ਨੂੰ ਵੀ ਬੇਨਤੀ ਹੈ, ਸਰਕਾਰ ਨੂੰ ਕਹਿ ਲਓ ਕਿ ਬਹੁਤ ਹੱਦ ਤੱਕ ਅਪੀਲ ਅਸੀਂ ਪਹਿਲਾਂ ਵੀ ਕੀਤੀ ਆ, ਹੁਣ ਵੀ ਕਰ ਰਹੇ ਹਾਂ ਕਿ ਕੋਈ ਸੁੱਧ ਬੁੱਧ ਲਓ। ਪਾਣੀ ਕਿੱਧਰ ਨੂੰ ਕੱਢਣਾ ਹੈ, ਕੋਈ ਆ ਕੇ ਵੇਖੋ, ਵਿਚਾਰੋ। ਹੁਣ ਸਾਰੇ ਆਪਾਂ ਇੱਧਰ ਭਗਤ ਸਿੰਘ ਵਾਲੀ ਲੜਾਈ ਦੇ ਵਿੱਚ ਉਲਝੇ ਹੋਏ ਆ, ਇਹ ਵੀ ਨਹੀਂ ਪਤਾ ਲੱਗਣ ਡਿਆ ਕਿ ਸਾਡੇ ਭਰਾ ਜਿਹੜੇ ਆ ਡੁੱਬੇ ਆ। ਅਤੇ ਮੈਂ ਸਿਰਫ ਇੰਨੀ ਅਪੀਲ ਕਰੂੰਗਾ ਕਿ ਜਿਨ੍ਹਾਂ ਕੋਲ ਪਨੀਰੀਆਂ ਖਲੋਤੀਆਂ ਨੇ, ਕਿਉਂਕਿ ਹੁਣ ਹਾਲੇ ਹੈਗਾ ਮੌਕਾ, ਮੇਰੇ ਖਿਆਲ ਦੇ ਨਾਲ ਜਿਹੜੀ ਕੋਈ ਛੇਤੀ ਕਿਸਮ ਪੱਕ ਜਾਂਦੀ ਹੈ ਝੋਨੇ ਵਾਲੀ, ਅਤੇ ਉਹ ਵਿਚਾਰੇ ਲਾ ਲੈਣਗੇ, ਕੁਛ ਨਾ ਕੁਛ ਉਹਨਾਂ ਦੇ ਪਿੜ ਪੱਲੇ ਪੈ ਜਾਊਗਾ। ਅਤੇ ਜਿੰਨੇ ਵੀ ਝੋਨੇ ਵਾਲੇ ਇਲਾਕੇ ਨੇ ਆਪਣੇ ਨਾਲ ਜੁੜੇ, ਜਾਂ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਗੱਲ, ਭਾਵੇਂ ਪੋਸਟਾਂ ਹੀ ਪਾ ਲਓ ਕਿ ਜਿੱਥੇ ਯਾਰ ਜਿਹਦੇ ਕੋਲ ਪਨੀਰੀ ਹੈ, ਐਟਲੀਸਟ ਇਹਨਾਂ 'ਤੇ ਆਪਾਂ ਕਰ ਸਕਦੇ ਹਾਂ ਨਾ ਇੱਕ ਦੂਜੇ ਵਾਸਤੇ, ਕਿ ਅਸੀਂ ਬਸ ਕਿਸਾਨ ਏਕਤਾ ਜ਼ਿੰਦਾਬਾਦ ਹੀ ਕਹਿਣ ਵਾਲੇ ਹਾਂ। ਤਾਂ ਉਹ ਜ਼ਰੂਰ ਕਰਵਾਓ ਵੀਰ ਬਣ ਕੇ, ਕਿ ਜਿੱਥੇ ਪਨੀਰੀ ਹੈਗੀ ਆ, ਜੇ ਕਿਸੇ ਕੋਲ ਵਾਫਰ ਖਲੋਤੀ ਆ, ਅਤੇ ਉਹਨੂੰ ਵਾਹਿਆ ਨਾ ਜਾਵੇ ਜਾਂ ਵੇਚਿਆ ਨਾ ਜਾਵੇ। ਇਹਨਾਂ ਤੋਂ ਹੁਣ ਕੀ ਲੈਣੇ ਆ ਪੈਸੇ, ਜਿਹੜੇ ਇਸ ਤਰ੍ਹਾਂ ਦੇ ਡੁੱਬ ਗਏ ਵਿਚਾਰੇ। ਤਾਂ ਇਹਨਾਂ ਨੂੰ ਤੁਸੀਂ ਇੰਨਾ ਘੱਟੋ ਘੱਟ ਪੁੰਨਦਾਨ ਆਪਦੀ ਫਸਲ 'ਚੋਂ ਸਮਝ ਲਓ ਕਿ ਦਸਵੰਧ ਹੀ ਕੱਢ ਦਿੱਤਾ ਗੁਰੂ ਦੇ ਨਾਮ ਦਾ, ਕਿ ਇਹ ਜ਼ਰੂਰ ਕਰੋ, ਕਿਉਂਕਿ ਹੋਰ ਤਾਂ ਹੁਣ ਕੋਈ ਹੀਲਾ ਰਹਿ ਨਹੀਂ ਗਿਆ। ਸਰਕਾਰ ਮੈਨੂੰ ਨਹੀਂ ਲੱਗਦਾ ਛੇਤੀ ਬੌੜੇਗੀ, ਜੇ ਬੌੜੇਗੀ ਤਾਂ ਮੈਨੂੰ ਨਹੀਂ ਲੱਗਦਾ ਕੁਛ ਛੇਤੀ ਬਣੇਗਾ। ਸੋ ਇਸ ਕਰਕੇ ਇਹ ਆਪਾਂ ਕੁਛ ਆਪਣੇ ਭਾਈਚਾਰੇ ਦਾ ਜੇ ਕਰ ਸਕਦੇ ਹਾਂ ਤਾਂ ਬਹੁਤ ਇਹਦੇ 'ਚ ਸ਼ਲਾਘਾ ਵਾਲਾ ਕੰਮ ਹੋਏਗਾ। ਮੈਂ ਤਾਂ ਸਮਝਦਾ ਬਹੁਤ ਲੋਕ ਬਰਬਾਦ ਹੋ ਗਏ ਯਾਰ। 80 ਦਿਨ ਦਾ ਨਰਮਾ, ਅਤੇ ਵੇਖ ਲਓ ਹੋਰ ਤਕਰੀਬਨ ਕੋਈ 5-7 ਹਫ਼ਤਿਆਂ ਤੱਕ ਤੇ ਨਰਮਾ ਖਿੜ ਜਾਣਾ ਸੀਗਾ, 5 ਹਫ਼ਤਿਆਂ ਤੱਕ ਨਰਮਾ ਆ ਜਾਣਾ ਸੀ, ਅਤੇ ਬਹੁਤ ਬੁਰਾ ਹਾਲ ਹੋ ਗਿਆ ਉਹਨਾਂ ਦਾ ਤਾਂ ਵਿਚਾਰਿਆਂ ਦਾ। ਪੁੱਤ ਮਰਨ ਬਰਾਬਰ ਕਹਾਣੀ ਹੋ ਜਾਂਦੀ ਹੈ ਜ਼ਰੂਰ। ਸੋ ਇਸ ਕਰਕੇ ਮੇਰੀ ਇਹ ਗੁਜ਼ਾਰਿਸ਼ ਬੇਨਤੀ ਹੈ ਕਿ ਜਿਹਦੇ ਕੋਲ ਵੀ ਹੈ, ਤੁਸੀਂ ਪੋਸਟਾਂ ਪਾਉਣੀਆਂ ਸਟਾਰਟ ਕਰ ਦਿਓ ਕਿ ਸਾਡੇ ਕੋਲ ਪਨੀਰੀ ਖਲੋਤੀ ਆ, ਜਿਹਦਾ ਝੋਨਾ ਡੁੱਬ ਗਿਆ ਜਾਂ ਨਰਮਾ ਮਾਰਿਆ ਗਿਆ, ਤਾਂ ਜੇ ਉਹ ਦੁਬਾਰਾ ਵਿਚਾਰਾ ਕੋਈ ਕੁਛ ਹੀਲਾ ਵਸੀਲਾ ਕਰ ਸਕਦਾ ਹੈ ਤਾਂ ਉਹ ਜ਼ਰੂਰ ਕਰੂਗਾ। ਸੋ ਇੰਨੀ ਮੇਰੀ ਬੇਨਤੀ ਸੀ। ਵੈਸੇ ਮੈਂ ਆਹੀ ਗੱਲ ਕਹਿਣੀ ਸੀਗੀ ਕਿ ਚਲੋ ਮੈਨੂੰ ਫੋਨ ਆਏ ਆ ਸਵੇਰ ਤੋਂ 2-3 ਵਾਰੀ ਫੋਨ ਆ ਗਏ ਨੇ।
ਮੇਰੇ ਗਵਾਂਢ ਪਿੰਡ ਚੋਂ ਵੀ ਆ ਗਏ, ਕਿਆ ਹਾਲ ਬਣੀ ਹੈ, ਤੁਸੀਂ ਮਾੜਾ ਮੋਟਾ ਬੋਲੋ। ਸੋ ਅੱਜ ਆਫ ਸੀਗਾ ਪਰ ਮੈਂ ਸਟੂਡੀਓ ਤੇ ਆਪਦੇ ਗਿਆ ਨਹੀਂ ਹੈ, ਤਾਂ ਸੋਚਿਆ ਚਲੋ ਮਤਲਬ ਕਿ ਕੋਈ ਹੱਥ ਪੱਲਾ ਜੋੜ ਕੇ ਦੇਖ ਲਈਏ ਯਾਰ। ਚਲੋ ਸਰਕਾਰ ਨੂੰ ਵੀ ਬੇਨਤੀ ਕਰ ਲਈ ਅਤੇ ਤੁਹਾਨੂੰ ਵੀ ਕਰਦਾ ਕਿ ਜੇ ਕਿਸੇ ਕੋਲ ਖਲੋਤੀ ਹੈ ਪਨੀਰੀ, ਆਪਣਾ ਫ਼ੋਨ ਨੰਬਰ ਪਾ ਦਿਓ ਨਾਲ, ਜੇ ਆਂਢ ਗੁਆਂਢ ਵੀ ਹੈ ਤਾਂ ਉਹਨੂੰ ਕਹਿ ਦਿਓ ਕਿ ਬਈ ਯਾਰ ਇਹਨਾਂ ਜ਼ਰੂਰ ਹੱਥ ਪੱਲਾ ਮਾਰੀਏ। ਤਾਂ ਜਦੋਂ ਆਪਾਂ ਕਿਸੇ ਨਾਲ ਹੱਥ ਪੜੱਥਾ ਇੱਦਾਂ ਪਵਾ ਦਿੰਦੇ ਹਾਂ ਅਤੇ ਉਹਦੇ ਨਾਲ ਸਾਡੀ ਨਾ ਸਿਰਫ ਕਹਿ ਲਓ ਕਿ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਬਲਕਿ ਸਾਨੂੰ ਨਾ ਸਾਡੇ ਇੱਕ ਕੈਮੀਕਲ ਬਣਦਾ, ਸ਼ਾਇਦ ਡੋਪਾਮਾਈਨ ਕਹਿੰਦੇ ਆ, ਜਿਨ੍ਹਾਂ ਨੂੰ ਕੈਮੀਕਲ ਦੇ ਵਿੱਚ ਐਕਸਪਰਟ ਹੀ ਉਹ ਦੱਸ ਦੇਣਗੇ ਕਿ ਜਦੋਂ ਤੁਸੀਂ ਕੁਛ ਮਤਲਬ ਕਿ ਅੱਛਾ ਕਰਦੇ ਹੋ, ਕਿਸੇ ਪਿਆਰੇ ਨੂੰ, ਆਪਣੇ ਨੂੰ, ਧੀ ਪੁੱਤ ਨੂੰ ਗਲੇ ਲਾਉਂਦੇ ਹੋ ਜਾਂ ਸੇਵਾ ਕਰਨੇ ਹੋ ਜਾਂ ਕੁਛ ਅਚੀਵ ਕਰਨੇ ਹੋ, ਤਾਂ ਇੱਕ ਬਹੁਤ ਵਧੀਆ ਕੈਮੀਕਲ ਬਣਦਾ ਬਾਡੀ ਦੇ ਵਿੱਚ ਇੱਥੇ, ਤਾਂ ਉਹ ਸਾਨੂੰ ਖੁਸ਼ ਕਰਦਾ ਹੈ, ਰਿਸ਼ਟ ਪੁਸ਼ਟ ਕਰਦਾ ਹੈ। ਸੋ ਉਹ ਹੀ ਆਪਾਂ ਬਣਾ ਲਈਏ ਥੋੜ੍ਹਾ ਜਿਹਾ, ਦਸਵੰਧ ਹੀ ਕੱਢ ਲਈਏ ਗੁਰੂ ਦੇ ਨਾਮ ਦਾ ਕਿ ਚੱਲ ਯਾਰ ਇੰਨਾ ਕੁ ਕਰ ਸਕਦੇ ਹਾਂ। ਸੋ ਇਹ ਜ਼ਰੂਰ ਕਰੋ, ਪਨੀਰੀ ਵਾਲਾ ਕੰਮ ਜ਼ਰੂਰ ਕਰੋ ਜੇ ਕਰ ਸਕਦੇ ਆ ਤਾਂ ਤੁਸੀਂ। ਇਹ ਬਹੁਤ ਜ਼ਰੂਰੀ ਹੋਏਗਾ ਹੁਣ ਕਿ ਜਿਹੜਾ ਰਕਬਾ ਮਾਰਿਆ ਗਿਆ ਹੈ ਤਾਂ ਘੱਟੋ ਘੱਟ ਉਹ ਆ ਜਾਵੇ, ਕੋਈ ਮਾੜਾ ਮੋਟਾ ਯਾਰ ਕੋਈ 4 ਪੈਸੇ ਆ ਜਾਣਗੇ। 4 ਛਿੱਲੜ ਜਿਹੜਾ ਵਿਚਾਰਾ ਕੋਈ ਖੇਤੀ 'ਤੇ ਡਿਪੈਂਡ ਆ, ਉਹਦਾ ਕੀ ਬਣੇਗਾ। ਔਰ ਇੱਕ ਹੋਰ ਮਹੱਤਵਪੂਰਨ ਗੱਲ ਮੈਂ ਦੱਸ ਦੇਵਾਂ ਤੁਹਾਨੂੰ, ਵੈਸੇ ਮੈਂ ਅੱਗੇ ਕਰ ਚੁੱਕਾ ਕਿ ਉਹ ਇੱਕ ਨਾ ਇਹਨਾਂ ਦੀ ਕਾਨਫਰੰਸ ਹੋਈ ਆ ਖੇਤੀ ਮੰਤਰੀਆਂ ਦੀ ਬੈਂਗਲੋਰ ਦੇ ਵਿੱਚ 14 ਅਤੇ 15 ਜੁਲਾਈ ਨੂੰ। ਸਾਡੇ ਪੰਜਾਬੀ ਮੀਡੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਦੀ ਚਰਚਾ ਖਾਸੀ ਘੱਟ ਹੀ ਹੈ। ਅਤੇ ਉੱਥੇ ਇੱਕ ਪ੍ਰਪੋਜ਼ਲ ਆਇਆ ਵਾ ਕਿ ਭਾਈ ਜਿਹੜੇ ਮੰਡੀ ਦੇ ਵਿੱਚ ਸੈਸ ਲੱਗਦੇ ਨੇ, ਜਿਸ ਤਰ੍ਹਾਂ ਆਪਣੇ ਜਦੋਂ ਆਪਾਂ ਫਸਲ ਇੱਥੋਂ ਪ੍ਰਕਿਓਰ ਕਰਕੇ ਅਤੇ ਅੱਗੇ ਦਿੰਦੇ ਏਜੰਸੀਆਂ ਨੂੰ, ਤਾਂ ਆਪਾਂ ਨੂੰ ਤਕਰੀਬਨ 6% ਸੈਸ ਮਿਲਦਾ ਹੈ ਮੰਡੀ ਦਾ। 6% ਕੁਆਂਟਲ ਪਿੱਛੇ 6 ਰੁਪਈਏ ਜੇ ਆਪਾਂ ਸਿੱਧੀ ਭਾਸ਼ਾ 'ਚ ਕਹੀਏ, ਅਤੇ ਜੇ ਆੜਤ ਵਗੈਰਾ ਪਾ ਲਈਏ ਵਿੱਚ ਤਾਂ ਉਹ ਖਾਸਾ ਬਣ ਜਾਂਦਾ, 8-9% ਬਣ ਜਾਏਗਾ ਮੇਰੇ ਖਿਆਲ ਨਾਲ। ਤਾਂ ਇਹਨਾਂ ਨੇ ਪ੍ਰਪੋਜ਼ਲ ਲੈ ਆਂਦਾ ਹੈ ਕਿ ਬਈ ਅਸੀਂ ਇੱਕ ਮੰਡੀ 'ਤੇ ਇੱਕ ਸੈਸ ਕਰਾਂਗੇ, ਕਿਉਂਕਿ ਉਹ ਸਾਨੂੰ 6% ਮਿਲ ਰਿਹਾ, ਹਰਿਆਣੇ ਨੂੰ 4% ਮਿਲਦਾ ਵਾ, ਅਤੇ ਕੁਛ ਸਟੇਟਾਂ ਇਸ ਤਰ੍ਹਾਂ ਦੀਆਂ ਜਿੱਥੇ ਮਤਲਬ ਕਿ ਜਾਂ ਤਾਂ 1% ਆ, 2% ਆ, ਜਾਂ 1 ਤੋਂ ਵੀ ਹੇਠਾਂ ਹੈ। ਤਾਂ ਜੇ ਆ ਗਿਆ ਤਾਂ ਇਹ ਵੀ ਆਰਥਿਕ ਤੌਰ 'ਤੇ ਬੜਾ ਵੱਡਾ ਘਸਾਰਾ ਲੱਗੇਗਾ ਪੰਜਾਬ ਸਰਕਾਰ ਨੂੰ, ਜਾਂ ਪੰਜਾਬ ਸਰਕਾਰ ਨੂੰ ਨਹੀਂ, ਪੰਜਾਬ ਨੂੰ ਲੱਗੇਗਾ, ਪੰਜਾਬ ਨੂੰ ਲੱਗੇਗਾ, ਕਿਉਂਕਿ ਆਰਥਿਕ ਤੌਰ 'ਤੇ ਅਸੀਂ ਝੰਬੇ ਪਏ ਹਾਂ, ਪਹਿਲਾਂ ਹੀ ਬਹੁਤ ਬੁਰਾ ਹਾਲ ਆ। ਅਤੇ ਦੂਜੀ ਗੱਲ ਜਿਹੜੀ ਹੈ ਕਿ ਬਿਜਲੀ ਮੁਫਤ ਦੇ ਵਿੱਚ ਹੀ ਹੁਣ ਤੁਸੀਂ ਦੇਖੋ ਕਿ 9,000 ਕਰੋੜ ਦਾ ਸਾਡਾ ਬਕਾਇਆ ਖਲੋਤਾ ਹੈ ਬਿਜਲੀ ਸਬਸਿਡੀ ਦਾ। ਫਿਰ ਇਸ ਤੋਂ ਇਲਾਵਾ 15,000 ਕਰੋੜ ਦੀ ਬਿਜਲੀ ਸਬਸਿਡੀ ਬਣ ਗਈ ਹੈ, ਜਿਵੇਂ 1 ਜੁਲਾਈ ਤੋਂ ਮਾਨ ਸਾਹਿਬ ਹੋਰਾਂ ਨੇ ਐਲਾਨ ਕੀਤਾ ਬਿਜਲੀ ਮੁਫਤ ਦਾ। ਤਾਂ ਲਾ ਲਓ ਕਿ 24,000 ਕਰੋੜ ਰੁਪਈਆ ਸਾਡਾ ਬਿਜਲੀ ਸਬਸਿਡੀ 'ਚ ਜਾ ਰਿਹਾ ਹੈ, ਯਾਨੀ ਸਬਸਿਡੀ ਦੇ ਬਿੱਲ ਬਣ ਰਹੇ ਨੇ ਜ਼ਿਆਦਾ, ਖਰਚਿਆਂ ਦੇ ਬਿੱਲ ਬਣ ਰਹੇ ਨੇ ਜ਼ਿਆਦਾ, ਤਾਂ ਆਮਦਨ ਸਾਡੀ ਲਗਾਤਾਰ ਡਿੱਗ ਰਹੀ ਹੈ। ਤਾਂ ਖੇਤੀ ਮਾੜਾ ਮੋਟਾ ਸਾਨੂੰ ਕਹਿ ਲਓ ਕਿ ਸਰਵਾਈਵ ਕਰਵਾਉਂਦੀ ਆ, ਅਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਅਤੇ ਜਿਸ ਤਰ੍ਹਾਂ ਦੀ ਬੇਰੁਖੀ ਜੀ ਨਜ਼ਰ ਆਉਂਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬਹੁਤ ਵੱਡੀ ਸੱਟ ਹੋਏਗੀ। ਸੋ ਇਹੀ ਗੱਲਾਂ ਬਾਤਾਂ ਕਰਨੀਆਂ ਸੀ। ਇੱਧਰ ਜ਼ਰੂਰ ਧਿਆਨ ਰੱਖਿਓ ਕਿ ਆ ਜਿਹੜਾ ਸਾਡਾ ਇੱਥੇ ਚੱਲਦਾ ਪਿਆ, ਮਤਲਬ ਕਿ ਜੋ ਚੱਲਦਾ ਪਿਆ ਇੱਕ ਮੰਡੀ, 1 ਮਾਰਕੀਟ 1 ਸੈਸ, ਇਹ ਤੇ ਕੋਈ ਬੋਲਦਾ, ਜੇ ਨਹੀਂ ਬੋਲਦਾ ਤਾਂ ਤੁਸੀਂ ਜ਼ਰੂਰ ਬੋਲਿਓ ਕਿ ਭਾਈ ਕਿਉਂ ਸਾਨੂੰ ਮਾਰਦੇ ਜੇ, ਕਿਉਂ ਸਾਨੂੰ ਮਾਰਦੇ ਹੋ, ਕਿਉਂ ਸਾਡੇ ਕੋਲ ਰਸਤਾ ਹੈ ਖੇਤੀ ਜਾਂ ਮਾੜਾ ਮੋਟਾ ਸਾਡਾ ਉਦਯੋਗ ਆ, ਅਤੇ ਦੋਨਾਂ ਹੀ ਧੰਦਿਆਂ ਨੂੰ ਤੁਸੀਂ ਮਾਰ ਰਹੇ ਜੇ। ਪਲੀਜ਼ ਇਹ ਜ਼ਰੂਰ ਆਵਾਜ਼ ਚੁੱਕਿਆ ਕਰੋ। ਖੈਰ ਜੇ ਕੋਈ ਬਈ ਗੱਲਬਾਤ ਕੋਈ ਮੇਰੀ ਕਿਸੇ ਨੂੰ ਨਾ ਚੰਗੀ ਲੱਗੀ ਹੋਵੇ, ਜੇ ਮੈਂ ਕੋਈ ਵੱਧ ਘੱਟ ਕਿਉਂਕਿ ਮੈਂ ਕੋਈ ਵੱਡਾ ਉਹ ਨਹੀਂ ਹੈਗਾ, ਕੋਈ ਵਿਦਵਾਨ ਆ, ਤਾਂ ਸਿਰਫ ਆਪਣੇ ਜਜ਼ਬਾਤ ਹੁੰਦੇ ਨੇ, ਸਾਂਝ ਹੁੰਦੀ ਹੈ ਤੁਹਾਡੇ ਨਾਲ। ਅਤੇ ਜੇ ਕੋਈ ਗੱਲਬਾਤ ਮੈਂ ਆਪਣੀ ਤੌਫੀਕ ਦੇ ਮੁਤਾਬਕ, ਹਸਤੀ ਦੇ ਮੁਤਾਬਕ, ਹੈਸੀਅਤ ਦੇ ਮੁਤਾਬਕ ਗਲਤ ਕਰ ਗਿਆ ਹੋਵਾਂ ਜਾਂ ਕੁਛ ਕਿਸੇ ਨੂੰ ਲੱਗਿਆ ਹੋਵੇ, ਅਤੇ ਉਹਦੇ ਲਈ ਮੈਂ ਖਿਮਾ ਯਾਚਨਾ ਮੰਗਦਾ ਵਾਂ ਪਹਿਲਾਂ ਹੀ ਅਗਾਊਂ ਕਿ ਤੁਸੀਂ ਕਮੈਂਟ ਕਰਕੇ ਦੱਸੋ, ਅਤੇ ਮੈਂ ਉਸ ਤੋਂ ਪਹਿਲਾਂ ਹੀ ਮਾफ़ੀ ਮੰਗ ਲੈਂਦਾ। ਤਾਂ ਖੈਰ ਇਹ ਗੱਲਾਂ ਬਾਤਾਂ ਸੀਗੀਆਂ। ਤਾਂ ਪਨੀਰੀ ਵਾਲਾ ਕੰਮ ਜ਼ਰੂਰ ਕਰਿਓ, ਬਹੁਤ ਬੁਰੇ ਹਾਲ ਤੋਂ ਹੋਏ ਪਏ ਨੇ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਏਰੀਏ ਦੇ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵਸਦੇ ਰਹੋ, ਜਿਉਂਦੇ ਰਹੋ, ਤੁਸੀਂ, ਤੁਹਾਡੇ ਪਰਿਵਾਰ, ਤੁਹਾਡੇ ਸੱਜਣ ਸਨੇਹੀ ਸਾਰਿਆਂ 'ਤੇ ਵਾਹਿਗੁਰੂ ਮਿਹਰ ਕਰੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।